TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਘਟਨਾਵਾਂ ਅਤੇ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਪ੍ਰਧਾਨ ਮੰਤਰੀ ਦਾ ਕਾਫਲਾ ਰੋਕੇ ਜਾਣ ਦੀ ਹਕੀਕਤ ਆਈ ਸਾਹਮਣੇ। ਪ੍ਰਧਾਨ ਮੰਤਰੀ ਦਾ ਰੈਲੀ 'ਚੋਂ ਬਿਰੰਗ ਪਰਤਣਾ ਡੇਰਾ ਮੁਖੀ ਨੂੰ ਆਇਆ ਰਾਸ। ਸਿਆਸਤ ਦੀ ਜੰਗ ਇਸ ਮਾਮਲੇ ਤੇ ਸਿਖਰਾਂ ਤੇ। ਸੁਪਰੀਮ ਕੋਰਟ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਰੋਕ ਕੇ ਜਾਣ ਨੂੰ ਲੈ ਕੇ ਅੱਜ ਹੋਵੇਗੀ ਸੁਣਵਾਈ। ਪੰਜਾਬ ਦੇ ਉਪ ਮੁੱਖ ਮੰਤਰੀ ਸੋਨੀ ਨੂੰ ਭਾਜਪਾ ਵਰਕਰਾਂ ਨੇ ਘੇਰਿਆ, ਮੋਦੀ ਜਿੰਦਾਬਾਦ ਕਹਿਣ ਵਾਸਤੇ ਕੀਤਾ ਮਜਬੂਰ। ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਦਿੱਲੀ ਕੀਤੇ ਜਾ ਸਕਦੇ ਨੇ ਤਲਬ ਅਤੇ ਕੁਝ ਹੋਰ ਜਾਣਕਾਰੀਆਂ। ਡਿਟੇਲ ਦੇ ਨਾਲ ਜਾਣਕਾਰੀਆਂ ਆਪਾਂ ਆਪਣੇ ਪ੍ਰੋਗਰਾਮ ਦੌਰਾਨ ਸਾਂਝੀਆਂ ਕਰਦੇ ਹਾਂ ਤੇ ਅੱਜ ਵੀ ਕਰਾਂਗੇ। ਤੇ ਇਹਦੇ ਤੋਂ ਪਹਿਲਾਂ ਕਿ ਸਾਰੀਆਂ ਜਾਣਕਾਰੀਆਂ ਦੀ ਵਿਸਥਾਰ ਵੱਲ ਵਧਿਆ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ, ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰ ਦੇਣਾ। ਕਮੈਂਟ ਬਾਕਸ ਵਿੱਚ ਕਮੈਂਟ ਕਰਨ ਦੀ ਕਿਰਪਾਲਤਾ ਵੀ ਕਰਨੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਿਨ੍ਹਾਂ ਨੇ ਪਹਿਲਾਂ ਹੀ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰੀਏ। ਪ੍ਰਧਾਨ ਮੰਤਰੀ ਮੋਦੀ ਸਾਹਿਬ ਬੀਤੇ ਦਿਨੀ ਪੰਜਾਬ ਆਏ ਸੀ। ਉਹਨਾਂ ਦੀ ਸੁਰੱਖਿਆ ਦੇ ਵਿੱਚ ਕਹਿੰਦੇ ਕੁਤਾਹੀ ਵੱਡੇ ਪੱਧਰ ਤੇ ਹੋਈ ਹੈ। ਹਾਲੇ ਉਹਦੀ ਜਾਂਚ ਕੀਤੀ ਜਾਣੀ ਹੈ। ਪਰ ਵੱਖੋ-ਵੱਖ ਸਿਆਸੀ ਪਾਰਟੀਆਂ, ਉਹਨਾਂ ਦੇ ਕੁਝ ਇੱਕ ਲੀਡਰ, ਕੱਲ ਦੇ ਪ੍ਰੋਗਰਾਮ ਦੌਰਾਨ ਮੈਂ ਦੱਸਿਆ ਸੀ ਕਿਹੜਾ ਲੀਡਰ ਕੀ ਆਖ ਰਿਹਾ ਹੈ, ਇਹ ਬਿਆਨਬਾਜ਼ੀਆਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਜਦੋਂ ਕਿ ਇਸ ਸੰਬੰਧੀ ਜਿਹੜੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਨਿਕਲ ਕੇ ਕੁਝ ਹੋਰ ਸਾਹਮਣੇ ਆ ਗਈ ਹੈ। ਬੀਤੇ ਦਿਨੀ ਉਸ ਮੌਕੇ ਤੇ ਜਿਹੜੇ ਕਿਸਾਨਾਂ ਨੇ ਰਸਤਾ ਰੋਕਿਆ ਸੀ ਜਾਂ ਧਰਨਾ ਲਾਇਆ ਸੀ, ਉਹਨਾਂ ਨੂੰ ਤਾਂ ਸੁਣਿਆ ਹੀ ਨਹੀਂ ਕਿਸੇ ਨੇ। ਹੁਣ ਉਹਨਾਂ ਨੇ ਕੀ ਆਖਿਆ? ਉਹ ਕਹਿੰਦੇ ਰੂਟੀਨ ਦੇ ਵਿੱਚ ਅਸੀਂ ਭਾਜਪਾ ਦੇ ਕਾਫਲੇ ਨੂੰ, ਉਹਨਾਂ ਦੇ ਕਾਰਕੁਨਾਂ ਨੂੰ ਰੋਕਣ ਦਾ ਵਿਰੋਧ ਕਰ ਰਹੇ ਸੀ। ਉਹ ਕਹਿੰਦੇ ਜਦੋਂ ਇੱਕ ਪੁਲਿਸ ਦੇ ਉੱਚ ਅਧਿਕਾਰੀ ਨੇ ਆ ਕੇ ਉਹਨਾਂ ਨੂੰ ਰਸਤਾ ਖਾਲੀ ਕਰਨ ਦਾ ਆਖਿਆ ਤੇ ਅਸੀਂ ਪੁੱਛਿਆ ਰਸਤਾ ਕਿਉਂ ਖਾਲੀ ਕਰੀਏ? ਅਸੀਂ ਤਾਂ ਪਹਿਲਾਂ ਹੀ ਆਖਿਆ ਸੀ ਕਿ ਭਾਜਪਾ ਦੇ ਕਾਰਕੁਨ ਜਿਹੜੇ ਰਸਤੇ ਤੋਂ ਲੰਘਣਗੇ ਅਸੀਂ ਉਹਨਾਂ ਦਾ ਵਿਰੋਧ ਕਰਨਾ। ਸਾਨੂੰ ਕਹਿੰਦੇ ਬਿਲਕੁਲ ਨਹੀਂ ਸੀ ਪਤਾ, ਕਿਉਂਕਿ ਕੱਲ ਕਹਿੰਦੇ ਸੀ ਕਿ ਰਸਤਾ ਲੀਕ ਹੋ ਗਿਆ, ਕਿ ਪ੍ਰਧਾਨ ਮੰਤਰੀ ਸਾਹਿਬ ਇਧਰੋਂ ਜਾ ਰਹੇ ਨੇ। ਉਹ ਕਹਿੰਦੇ ਉਸ ਉੱਚ ਅਧਿਕਾਰੀ ਨੇ ਸਾਨੂੰ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਇਧਰੋਂ ਕਾਫਲਾ ਆ ਰਿਹਾ ਤੇ ਇਸ ਕਰਕੇ ਤੁਸੀਂ ਰਸਤਾ ਖਾਲੀ ਕਰ ਦਿਓ। ਤੇ ਉਧਰ ਸੋਸ਼ਲ ਮੀਡੀਆ ਤੇ ਐਸਐਸਪੀ ਫਿਰੋਜ਼ਪੁਰ ਦਾ ਜ਼ਿਕਰ ਆਉਂਦਿਆਂ ਹੀ ਜਦੋਂ ਐਸਐਸਪੀ ਫਿਰੋਜ਼ਪੁਰ ਹਰਮਨਦੀਪ ਹਾਂਸ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਆਖਿਆ ਕਿ ਉਹ ਉਸ ਦਿਨ ਬਠਿੰਡਾ ਤੋਂ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਨਾਲ ਆ ਰਹੇ ਸੀ। ਕਿਸਾਨ ਆਗੂਆਂ ਨੂੰ ਉਹਨਾਂ ਦੀ ਪਛਾਣ ਨਹੀਂ ਸੀ ਤੇ ਨਾ ਹੀ ਉਹ ਕਿਸਾਨਾਂ ਨੂੰ ਮਿਲੇ। ਦੱਸਣਾ ਬਣਦਾ ਕਿ ਬੀਤੇ ਦਿਨੀ ਜਦੋਂ ਦਿੱਲੀ ਤੋਂ ਬਠਿੰਡਾ ਤੱਕ ਤਾਂ ਹਵਾਈ ਜਹਾਜ਼ ਤੇ ਪਹੁੰਚਦੇ ਨੇ ਪ੍ਰਧਾਨ ਮੰਤਰੀ, ਉੱਥੋਂ ਉਹਨਾਂ ਨੇ ਹੈਲੀਕਾਪਟਰ 'ਚ ਜਾਣਾ ਸੀ, ਪਰ ਮੌਸਮ ਦਾ ਮਿਜ਼ਾਜ ਵਿਗੜ ਗਿਆ, ਜਿਹੜੀ ਕਿ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਸੀ। ਮੌਸਮ ਦੀ ਖਰਾਬੀ ਦੇ ਕਾਰਨ ਬਠਿੰਡਾ ਤੋਂ ਫਿਰੋਜ਼ਪੁਰ ਉਹ ਹੈਲੀਕਾਪਟਰ ਤੇ ਜਾ ਨਾ ਸਕੇ। ਸੜਕੀ ਰਸਤਾ ਚੁਣਿਆ ਗਿਆ ਤੇ ਇਹ ਵਾਇਆ ਫਰੀਦਕੋਟ, ਤਲਵੰਡੀ, ਫਿਰੋਜ਼ਪੁਰ ਨੂੰ ਜਾ ਰਹੇ ਸੀ। ਤਾਂ ਪਿਆਰਿਆਣਾ ਪਿੰਡ ਦੇ ਪੁਲ ਤੇ ਉਹਨਾਂ ਦਾ ਕਾਫਲਾ ਰੋਕ ਲਿਆ ਗਿਆ ਸੀ, ਜਾਂ ਕਾਫਲਾ ਉਹਨਾਂ ਨੇ ਆਪ ਰੋਕ ਲਿਆ। ਜਿਸ ਥਾਂ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਰੋਕਿਆ ਗਿਆ, ਉਹਦੇ ਤੋਂ ਕੁਝ ਦੂਰੀ ਤੇ ਕਿਸਾਨ ਸੜਕੀ ਮਾਰਗ ਦੇ ਉੱਪਰ ਧਰਨਾ ਮਾਰ ਕੇ ਬੈਠੇ ਸੀ। ਪਰ ਉਹ ਕਹਿੰਦੇ ਅਸੀਂ ਤਾਂ ਮੋਦੀ ਸਾਹਿਬ ਦਾ ਸਾਨੂੰ ਪਤਾ ਹੀ ਨਹੀਂ ਸੀ ਆ ਰਿਹਾ, ਅਸੀਂ ਤਾਂ ਭਾਜਪਾ ਕਾਰਕੁਨਾਂ ਦਾ ਵਿਰੋਧ ਕਰ ਰਹੇ ਸੀ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਕਹਿੰਦੇ ਵੱਡੀ ਕੁਤਾਹੀ ਹੋ ਗਈ। ਹੁਣ 24 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ, ਖਬਰਾਂ ਵਿੱਚੋਂ ਵਿੱਚ ਹੀ ਆਈ ਜਾਂਦਾ ਸੀ ਕਿ ਫਲਾਣਾ ਪੁਲਿਸ ਮੁਖੀ ਧਮਕਾ, ਪੁਲਿਸ ਮੁਖੀ ਸਸਪੈਂਡ ਵੀ ਕਰ ਦਿੱਤਾ। ਇੱਥੋਂ ਤੱਕ ਕਿ ਕੁਝ ਵੱਡੇ ਨੈਸ਼ਨਲ ਚੈਨਲ ਨੇ, ਜਿਹੜੇ ਵੱਡੀਆਂ ਅਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਆ ਗਈਆਂ ਸੀ, ਜਦੋਂ ਕਿ ਆਈਜੀ ਫਿਰੋਜ਼ਪੁਰ ਇੰਦਰਵੀਰ ਸਿੰਘ ਨੇ ਕਿਹਾ ਕਿ ਜਿਸ ਥਾਂ ਤੇ ਕਾਫਲਾ ਰੁਕਿਆ ਜਾਂ ਰੋਕਿਆ ਗਿਆ ਉੱਥੇ ਐਸਐਸਪੀ ਮੋਗਾ ਦੀ ਡਿਊਟੀ ਸੀ। ਕਿਸੇ ਵੀ ਅਧਿਕਾਰੀ ਦੇ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਕੀਤੀ ਨਹੀਂ ਗਈ। ਪਰ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਸੁਰਜੀਤ ਸਿੰਘ ਫੂਲ, ਉਹ ਕਹਿੰਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੇ ਆਉਣ ਤੇ ਰੋਸ ਤਾਂ ਜ਼ਰੂਰ ਸੀ ਕਿ ਆ ਰਹੇ ਨੇ, ਪਰ ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਜਿਹੜਾ ਅਸੀਂ ਰਸਤਾ ਰੋਕਿਆ ਇੱਥੇ ਪ੍ਰਧਾਨ ਮੰਤਰੀ ਆ ਰਹੇ ਨੇ। ਅਸੀਂ ਰੈਲੀ ਵਿੱਚ ਜਾ ਰਹੀਆਂ ਬੱਸਾਂ ਜਾਂ ਜਿਹੜੇ ਜਾਣ ਵਾਸਤੇ ਕਾਰਕੁਨ ਤਿਆਰ ਸੀ ਜਾਂ ਜਾ ਰਹੇ ਸੀ, ਉਹਨਾਂ ਨੂੰ ਅਸੀਂ ਪੁੱਛ ਰਹੇ ਸੀ ਭਾਈ ਦੱਸੋ ਕੀ ਸ਼ਰਮ ਨਹੀਂ ਤੁਹਾਨੂੰ ਆਉਂਦੀ? ਉਹ ਕਹਿੰਦੇ ਜਦੋਂ ਸਾਨੂੰ ਪਤਾ ਹੀ ਨਹੀਂ ਸੀ, ਸਾਡੇ ਸਿਰ ਵੈਸੇ ਦੋਸ਼ ਮੜਿਆ ਜਾ ਰਿਹਾ। ਉਹ ਕਹਿੰਦੇ ਅਸੀਂ ਸਵੇਰੇ ਹੀ ਫਿਰੋਜ਼ਪੁਰ ਦੇ ਉਸ ਪੁਲ ਦੇ ਕੋਲ ਫਿਰੋਜ਼ ਸ਼ਾਹ ਦੇ ਵਿੱਚ ਇਕੱਠੇ ਹੋਏ ਅਤੇ 11 ਵਜੇ ਤੋਂ ਬਾਅਦ ਫਿਰੋਜ਼ਪੁਰ ਵੱਲ ਕੂਚ ਕਰਨ ਲੱਗੇ
ਰਸਤੇ ਦੇ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਸੀ ਜਿਨ੍ਹਾਂ ਨੇ ਸਾਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਕਰੀਬ 12 ਕੁ ਵਜੇ ਉਹਨਾਂ ਨੂੰ ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਰਸਤਾ ਸਾਫ਼ ਕਰੋ, ਪ੍ਰਧਾਨ ਮੰਤਰੀ ਦਾ ਕਾਫਲਾ ਆ ਰਿਹਾ ਹੈ। ਸੁਰਜੀਤ ਸਿੰਘ ਫੂਲ ਕਹਿੰਦੇ ਸੜਕ ਤੋਂ ਵਾਹਨ ਲੰਘ ਰਹੇ ਸੀ, ਉਧਰੋਂ ਵੀ ਕਹਿੰਦੇ ਅਸੀਂ ਸੋਚਿਆ ਕਿ ਜੇਕਰ ਪ੍ਰਧਾਨ ਮੰਤਰੀ ਨੇ ਇਸ ਰੂਟ ਤੋਂ ਦੀ ਲੰਘਣਾ ਹੁੰਦਾ ਫਿਰ ਤਾਂ ਸੜਕ ਦੋਵੇਂ ਪਾਸੇ ਤੋਂ ਖਾਲੀ ਹੁੰਦੀ। ਅਸਲ ਦੇ ਵਿੱਚ ਇਹ ਸਾਨੂੰ ਪੁਲਿਸ ਵਾਲੇ ਝੂਠ ਬੋਲ ਰਹੇ ਨੇ। ਉਹ ਕਹਿੰਦੇ ਅਸੀਂ ਇਹ ਸੋਚਿਆ ਜਾਂ ਕਿਸਾਨਾਂ ਨੇ ਇਹ ਸੋਚਿਆ ਕਿ ਭਾਜਪਾ ਦੀਆਂ ਗੱਡੀਆਂ ਕੱਢਣ ਦੇ ਵਾਸਤੇ ਪੁਲਿਸ ਅਫਸਰ ਸਾਡੇ ਨਾਲ ਝੂਠ ਬੋਲ ਰਹੇ ਨੇ। ਉਹ ਪਿਆਰਿਆਣਾ ਫਲਾਈਓਵਰ ਤੇ ਧਰਨਾ ਮਾਰ ਕੇ ਬੈਠ ਗਏ। ਹਾਲਾਂਕਿ ਕਿਸਾਨ ਪਹਿਲਾਂ ਕੇਵਲ ਡੀਸੀ ਦਫ਼ਤਰ ਤੱਕ ਜਾਣ ਵਾਲੇ ਸੀ। ਫੂਲ ਸਾਹਿਬ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਸੜਕ ਤੇ ਜਿਹੜੀਆਂ ਗੱਡੀਆਂ ਨੇ ਜਾਂ ਜਿਹੜੀਆਂ ਉਹ ਰੁਕੀਆਂ ਨੇ ਉਹ ਪ੍ਰਧਾਨ ਮੰਤਰੀ ਦਾ ਕਾਫਲਾ ਹੈ। ਹੁਣ ਤੁਸੀਂ ਆਪਣੇ ਆਪ ਹਿਸਾਬ ਲਾਓ ਕਿ ਇਹ ਕਹਿੰਦੇ ਨੇ ਕਿ ਸੁਰੱਖਿਆ 'ਚ ਸਨ, ਮੈਂ ਜਾਨ ਬਚਾ ਕੇ ਨਿਕਲਿਆ। ਉਹ ਕਹਿੰਦੇ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਸੱਚਮੁੱਚ ਉਹ ਪ੍ਰਧਾਨ ਮੰਤਰੀ ਸਾਹਿਬ ਨੇ। ਹੁਣ ਇੰਦਰਵੀਰ ਸਿੰਘ ਕੀ ਕਹਿੰਦੇ ਨੇ, ਉਹ ਕਹਿੰਦੇ ਅਸੀਂ ਬਠਿੰਡਾ ਤੋਂ ਆ ਰਹੇ ਸੀ, ਤਲਵੰਡੀ ਭਾਈ ਤੋਂ ਪਿੰਡ ਵਜੀਦਪੁਰ ਤੱਕ ਰੂਟ ਦੀ ਜ਼ਿੰਮੇਵਾਰੀ ਐਸਐਸਪੀ ਮੋਗਾ ਦੀ ਸੀ ਤੇ ਪਿਆਰਿਆਣਾ ਜਿਹੜਾ ਇਹ ਪਿੰਡ ਹੈ ਇਹ ਜਿਹੜਾ ਜਿੱਥੇ ਐਸਐਸਪੀ ਮੋਗਾ ਦੀ ਜ਼ਿੰਮੇਵਾਰੀ ਸੀ ਉਸ ਰੂਟ ਦੇ ਵਿਚਕਾਰ ਪੈਂਦਾ, ਇਸ ਕਰਕੇ ਐਸਐਸਪੀ ਮੋਗਾ ਦੀ ਉੱਥੇ ਜ਼ਿੰਮੇਵਾਰੀ ਸੀ। ਹੁਣ ਭਾਵੇਂ ਐਸਐਸਪੀ ਮੋਗਾ ਦੀ ਹੋਵੇ ਭਾਵੇਂ ਫਿਰੋਜ਼ਪੁਰ ਦੀ ਹੋਵੇ, ਇਹ ਤਾਂ ਜਾਂਚ ਪੜਤਾਲ ਕੀਤੀ ਜਾਣੀ ਹੈ ਕਿ ਸੱਚਮੁੱਚ ਜ਼ਿੰਮੇਵਾਰੀ ਕਿਹਦੀ ਸੀ, ਕੁਤਾਹੀ ਕਿਵੇਂ ਹੋਈ। ਪਰ ਜਿਹੜਾ ਕਹਿੰਦੇ ਸੀ ਨਾ ਕਿ ਪ੍ਰਧਾਨ ਮੰਤਰੀ ਦਾ ਰੂਟ ਲੀਕ ਹੋ ਗਿਆ, ਹੁਣ ਸੁਰਜੀਤ ਸਿੰਘ ਫੂਲ ਹੋਰਾਂ ਨੇ ਦੱਸ ਦਿੱਤਾ ਕਿ ਹਾਂ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਉਹ ਰੂਟ ਅਸੀਂ ਰੋਕਿਆ ਹੋਇਆ ਸੀ, ਸਾਡੀ ਜਥੇਬੰਦੀ ਦੇ ਕਿਸਾਨ ਤੇ ਕਾਰਕੁਨ ਉੱਥੇ ਬੈਠੇ ਸੀ। ਪਰ ਕਹਿੰਦੇ ਜੇਕਰ ਕੋਈ ਇਹ ਕਵੇ ਕਿ ਸਾਨੂੰ ਕਿਸੇ ਨੇ ਰੂਟ ਦੱਸ ਦਿੱਤਾ ਸੀ, ਨੋ, ਅਸੀਂ ਤਾਂ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਉੱਥੋਂ ਦੀ ਲੰਘੇ ਨਾ, ਉਹਦੇ ਕਰਕੇ ਬੈਠੇ ਸੀ। ਹੁਣ ਇਸ ਮਸਲੇ ਨੂੰ ਲੈ ਕੇ ਸਿਆਸਤ ਸਿਖਰਾਂ ਤੇ ਚੱਲ ਰਹੀ ਹੈ। ਇੱਕ ਮਸ਼ਹੂਰ ਵਿਦਵਾਨ ਨੇ ਹੈਨਰੀ ਐਡਮਜ਼, ਉਹਨਾਂ ਦਾ ਇੱਕ ਕਥਨ ਹੈ ਕਿ ਸਿਆਸੀ ਨੈਤਿਕਤਾ ਤੋਂ ਬਗੈਰ ਜਮਹੂਰੀਅਤ ਜ਼ੀਰੋ ਹੈ। ਮੈਨੂੰ ਲੱਗਦਾ ਹੈ ਕਿ ਇਹ ਕਥਨ ਆ ਜਿਹੜੀਆਂ ਘਟਨਾਵਾਂ ਬੀਤੇ ਕੁਝ ਕੁ ਦਿਨਾਂ ਤੋਂ ਮੋਦੀ ਸਾਹਿਬ ਦੀ ਰੈਲੀ ਰੱਦ ਹੋਣ ਤੋਂ ਬਾਅਦ, ਖੈਰ ਰੱਦ ਤਾਂ ਨਹੀਂ ਹੋਈ, ਉਹਨਾਂ ਦੇ ਰੈਲੀ 'ਚ ਨਾ ਪਹੁੰਚਣ ਤੋਂ ਬਾਅਦ ਜੋ ਕੁਝ ਹੋ ਰਿਹਾ ਹੈ ਉਹਦੇ ਉੱਤੇ ਫਿੱਟ ਬੈਠਦੀ ਹੈ ਤੇ ਸਿਆਸਤ ਦਾ ਇਸ ਵਕਤ ਸਿਖਰ ਹੈ। ਇਹ ਪੂਰਨ ਤੌਰ ਤੇ ਮੈਨੂੰ ਲੱਗਦਾ ਕਥਨ ਇਹ ਸਾਰੇ ਕਾਸਤੇ ਢੁਕਦਾ ਹੈ। ਹੁਣ ਪ੍ਰਧਾਨ ਮੰਤਰੀ ਸਾਹਿਬ ਰੈਲੀ 'ਚ ਪਹੁੰਚੇ ਨਹੀਂ ਤਾਂ ਫਿਰ ਉੱਥੇ ਮੁੱਖ ਪ੍ਰਾਹੁਣੇ, ਮੁੱਖ ਮਹਿਮਾਨ ਮੁੱਖ ਮੰਤਰੀ ਦੀ ਬਜਾਏ ਪ੍ਰਧਾਨ ਮੰਤਰੀ ਸਾਹਿਬ ਨੇ ਹੋਣਾ ਸੀ। ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਥੇ ਫਿਰ ਭਾਵੇਂ ਕੁਰਸੀਆਂ ਖਾਲੀ ਸੀ, ਮੁੱਖ ਬੁਲਾਰੇ ਬਣ ਗਏ। ਹੁਣ ਤੁਸੀਂ ਦੇਖੋ ਕਿ ਆਪਣੇ ਆਪ ਦੇ ਵਿੱਚ ਇੱਕ ਤਾਣਾ ਬਾਣਾ ਜਾਂ ਕਿਵੇਂ ਉਲਝਿਆ ਪਿਆ। ਤੁਹਾਨੂੰ ਯਾਦ ਹੋਣਾ ਹੈ ਕਿ 2014 ਦੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ, ਭਾਜਪਾ ਦੇ ਵੱਡੇ ਆਗੂ ਸੀ ਅਰੁਣ ਜੇਤਲੀ ਦੇ ਮੁਕਾਬਲੇ 'ਚ ਜਾ ਕੇ ਅੰਮ੍ਰਿਤਸਰ ਤੋਂ ਚੋਣ ਲੜਦੇ ਆ, ਉਹਨਾਂ ਨੂੰ ਹਰਾਉਂਦੇ ਆ। ਉਹਨਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਡਿਪਟੀ ਲੀਡਰ ਬਣਾਏ ਜਾਂਦੇ ਆ। ਹੈਰਾਨੀ ਵਾਲੀ ਗੱਲ ਇਹ ਹੈ ਕਿ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ, ਉਹਦੇ ਤੋਂ ਬਾਅਦ ਕਾਂਗਰਸ ਛੱਡਦੇ ਆ, ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਜਾਂਦੇ ਆ, ਫਿਰ ਕਾਂਗਰਸ 'ਚ ਆਉਂਦੇ ਆ। ਕਾਂਗਰਸ ਵਿੱਚ ਪਰਤ ਕੇ ਆਉਣ ਤੋਂ ਬਾਅਦ 2 ਵਾਰੀ ਮੁੱਖ ਮੰਤਰੀ ਬਣਦੇ ਆ। ਪਰ ਹੁਣ ਭਾਰਤੀ ਜਨਤਾ ਪਾਰਟੀ ਦੀ ਸਟੇਜ ਤੋਂ ਬੋਲੀ ਵੀ ਭਾਜਪਾ ਦੀ ਬੋਲ ਰਹੇ ਸੀ। ਹੁਣ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਜਾਂ ਰੋਕਿਆ ਗਿਆ, ਇਹਦੇ ਕਾਰਨ ਪ੍ਰਸ਼ਾਸਨਿਕ ਹੋ ਸਕਦੇ ਨੇ, ਪੁਲਿਸ ਦੀਆਂ ਗਲਤੀਆਂ ਹੋ ਸਕਦੀਆਂ ਨੇ। ਉਹਦੇ ਬਾਰੇ ਪ੍ਰਸ਼ਾਸਨਿਕ ਪੱਧਰ ਤੇ ਨਜਿੱਠਣਾ ਚਾਹੀਦਾ ਹੈ, ਗੱਲ ਉੱਥੋਂ ਤੱਕ ਸੀਮਤ ਰਹਿਣੀ ਚਾਹੀਦੀ ਸੀ। ਪਰ ਇਹਦੇ ਬਾਰੇ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ 2 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ 3 ਦਿਨਾਂ ਦੇ ਅੰਦਰ ਅੰਦਰ ਆਖਿਆ ਕਿ ਜਾਂਚ ਰਿਪੋਰਟ ਦਿਓ। ਕੇਂਦਰ ਸਰਕਾਰ ਨੇ ਵੀ ਆਪਣੇ ਪੱਧਰ ਤੇ ਪੜਤਾਲ ਆਰੰਭ ਦਿੱਤੀ ਹੈ। ਕੇਂਦਰ ਸਰਕਾਰ ਨੇ ਜਿਹੜੀ ਕਮੇਟੀ ਬਣਾਈ ਹੈ ਉਹਦੀ ਅਗਵਾਈ ਸਕੱਤਰ ਸੁਰੱਖਿਆ ਸਕਸੈਨਾ ਸਾਹਿਬ ਕਰ ਰਹੇ ਨੇ, ਜਦੋਂ ਕਿ ਹੋਰਨਾਂ ਮੈਂਬਰਾਂ ਦੇ ਵਿੱਚ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਨਿਰਦੇਸ਼ਕ ਬਲਵੀਰ ਸਿੰਘ ਅਤੇ ਆਈਜੀ ਐਸਪੀਜ਼ ਐਸ ਸੁਰੇਸ਼ ਵੀ ਸ਼ਾਮਲ ਨੇ। ਹੁਣ ਸਰਕਾਰ ਨੇ, ਕੇਂਦਰ ਨੇ ਵੀ ਉਹਨਾਂ ਤੋਂ ਰਿਪੋਰਟ 3 ਦਿਨਾਂ ਦੇ ਵਿੱਚ ਤਲਬ ਕੀਤੀ ਹੈ ਕਿ 3 ਦਿਨਾਂ ਦੇ ਵਿੱਚ ਤੁਸੀਂ ਵੀ ਰਿਪੋਰਟ ਦਿਓ। ਹੁਣ ਰਿਪੋਰਟਸ ਦੋਵੇਂ ਸੂਬਾ ਸਰਕਾਰ ਦੀ ਕਮੇਟੀ ਦੀ ਵੀ ਕੇਂਦਰ ਸਰਕਾਰ ਦੀ ਕਮੇਟੀ ਦੀ ਵੀ ਆ ਜਾਣੀ ਹੈ। ਪਰ ਰਿਪੋਰਟਾਂ ਆਉਣ ਤੱਕ ਸਿਆਸੀ ਟਿੱਪਣੀਆਂ ਤੋਂ ਮੈਨੂੰ ਲੱਗਦਾ ਕਿ ਸਾਰੀਆਂ ਧਿਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਨੂੰ ਵੀ ਇਸ ਮਸਲੇ ਤੇ ਜਾ ਕੇ ਮਿਲਾਇਆ ਹੈ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਹਨਾਂ ਦੇ ਬਿਆਨ ਮੈਂ ਕੁਝ ਕੋਟ ਕਰਨੇ ਚਾਹੁੰਦਾ ਤੇ ਬਹੁਤ ਹੈਰਾਨੀਜਨਕ ਨੇ। ਉਹ ਕਹਿੰਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਜਿਹੜੀ ਗਲਤੀ ਹੋਈ ਹੈ ਇਹਦੇ ਵਾਸਤੇ ਪੰਜਾਬ ਸਰਕਾਰ ਨੂੰ ਰਾਸ਼ਟਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਮੁਲਕ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਹੁਣ ਇਹ 'ਚ ਕਈ ਨੁਕਤੇ ਨੇ, ਕਈ ਪਹਿਲੂ ਨੇ। ਪਹਿਲਾ ਨੁਕਤਾ ਤਾਂ ਇਹ ਹੈ ਕਿ ਪ੍ਰਸ਼ਾਸਨਿਕ ਅਤੇ ਪੁਲਿਸ ਪੱਧਰ ਦੀ ਗਲਤੀ, ਉਹਦੇ ਤੇ ਪੰਜਾਬ ਸਰਕਾਰ ਮੁਆਫੀ ਮੰਗੇ। ਦੂਸਰਾ ਇਹ ਕਿ ਮਾਮਲਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਦਰਮਿਆਨ ਹੈ, ਇਹਦੇ 'ਚ ਯੋਗੀ ਜੀ ਦਖਲ ਕਿਉਂ ਦੇਣ, ਉਹਨਾਂ ਨੂੰ ਕੀ ਅਧਿਕਾਰ। ਅਗਲਾ ਅਹਿਮ ਪਹਿਲੂ ਇਸ ਖਬਰ ਦਾ ਇਹ ਵੀ ਹੈ ਕਿ ਆਪਣੀ ਪੀੜ੍ਹੀ ਹੇਠ ਸੋਟਾ ਕੌਣ ਫੇਰੂ। ਯੋਗੀ ਦਾ ਆਪਣਾ ਕਾਰਜਕਾਲ ਚੱਲ ਰਿਹਾ ਹੈ, ਯੂਪੀ ਦੇ ਵਿੱਚ ਹਜੂਮੀ ਹਿੰਸਾ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਨੇ। ਗੋਰਖਪੁਰ ਦੇ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਆਕਸੀਜਨ ਕਾਰਨ ਮੌਤ ਵੀ ਹੋਈ। ਕਰੋਨਾ ਦੀ ਸੈਕੰਡ ਵੇਵ ਦੇ ਦੌਰਾਨ ਯੂਪੀ ਦੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲੇ, ਆਕਸੀਜਨ ਨਹੀਂ ਮਿਲੀਆਂ, ਹੋਰ ਸਹੂਲਤਾਂ ਨਹੀਂ ਮਿਲੀਆਂ। ਕੋਵਿਡ ਦੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਲੰਬੀਆਂ ਕਤਾਰਾਂ ਲੋਕਾਂ ਨੇ ਦੇਖੀਆਂ ਨੇ। ਉੱਥੋਂ ਦੀਆਂ ਨਦੀਆਂ 'ਚ, ਦਰਿਆਵਾਂ ਦੇ ਵਿੱਚ ਲਾਸ਼ਾਂ ਤੈਰਦੀਆਂ ਦੇਖੀਆਂ ਨੇ। ਦਿਲ ਨੂੰ ਦਹਿਲਾ ਦੇਣ ਵਾਲੀਆਂ ਉਹ ਖਬਰਾਂ ਤੁਸੀਂ ਸਾਰਿਆਂ ਨੇ ਵੇਖੀਆਂ, ਸੁਣੀਆਂ ਜਾਂ ਪੜ੍ਹੀਆਂ ਹੋਣਗੀਆਂ। ਫਿਰ ਹਾਥਰਸ ਦੇ ਇੱਕ ਪਿੰਡ ਦੇ ਵਿੱਚ ਘਟਨਾ ਵਾਪਰਦੀ ਹੈ। ਇੱਕ ਅਨੁਸੂਚਿਤ ਜਾਤੀ ਭਾਈਚਾਰੇ ਦੀ ਲੜਕੀ ਜਿਹਦੇ ਨਾਲ ਜ਼ਬਰ ਜਨਾਹ ਤੇ ਫਿਰ ਕਤਲ ਹੁੰਦਾ ਹੈ। ਉਹਦੇ ਤੋਂ ਬਾਅਦ ਅੱਧੀ ਰਾਤ ਨੂੰ ਉਸ ਮੁਟਿਆਰ ਦੀ ਲਾਸ਼ ਉਸ ਮੁਟਿਆਰ ਦੇ ਪਰਿਵਾਰਕ ਜੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਸਾੜ ਦਿੱਤੀ ਜਾਂਦੀ ਹੈ। ਪੱਤਰਕਾਰਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਆ ਲਖੀਮਪੁਰ ਖੀਰੀ ਵਾਲੀ ਘਟਨਾ ਦਾ ਜ਼ਿਕਰ ਕਿਵੇਂ ਭੁੱਲ ਜਾਵਾਂਗੇ। ਵਿਰੋਧ ਕਰ ਰਹੇ ਕਿਸਾਨਾਂ ਨੂੰ ਦਰੜ ਦਿੱਤਾ ਜਾਂਦਾ, ਲੱਤੜ ਦਿੱਤਾ ਜਾਂਦਾ, ਗੱਡੀਆਂ ਚਾੜ ਦਿੱਤੀਆਂ ਜਾਂਦੀਆਂ ਨੇ। ਇਹ ਕੁਝ ਘਟਨਾਵਾਂ ਨੇ, ਬਹੁਤ ਘਟਨਾਵਾਂ ਹੋਰ ਵੀ ਵਾਪਰੀਆਂ ਨੇ। ਮੁੱਖ ਮੰਤਰੀ ਯੋਗੀ ਨੇ ਕੀ ਕਦੇ ਇਹਨਾਂ ਤੇ ਅਫਸੋਸ ਪ੍ਰਗਟਾਇਆ? ਕੀ ਕਦੇ ਮੁਆਫੀ ਮੰਗੀ ਹੈ? ਕੀ ਕਦੇ ਰਾਸ਼ਟਰ ਤੋਂ ਮੁਆਫੀ ਮੰਗੀ ਹੈ? ਕਿ ਜਿਨ੍ਹਾਂ ਦੇ ਜੀ ਜਹਾਨ ਤੋਂ ਚਲੇ ਗਏ ਉਹਨਾਂ ਤੋਂ ਮੁਆਫੀ ਮੰਗੀ ਹੈ? ਹੁਣ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਆ ਯੋਗੀ ਵਰਗਾ ਹੀ ਹੈ। ਕਹਿੰਦੇ ਜੇਕਰ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਤੁਹਾਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ। ਸਿਆਸੀ ਨੈਤਿਕਤਾ ਦੀ ਸੀਮਾ ਉਹ ਵੀ ਉਲੰਘ ਰਹੇ ਨੇ। ਹੁਣ ਪ੍ਰਧਾਨ ਮੰਤਰੀ ਦਾ ਦੌਰਾ ਸੀ, ਉਹਦੇ ਵਿੱਚ ਖਲਲ ਪਿਆ, ਉਹਦੇ ਸੁਰੱਖਿਆ ਦੇ ਵਿੱਚ ਕਮੀ ਆਈ। 4 ਲੇਅਰ ਹੁੰਦੀਆਂ ਨੇ, ਉਹਦੇ ਵਿੱਚੋਂ ਕਿਹਦੀ ਗਲਤੀ ਕੀ ਤਾਲਮੇਲ ਨਹੀਂ ਸੀ ਜਾਂ ਸਿਰਫ ਕੁਰਸੀਆਂ ਖਾਲੀ ਰਹਿ ਗਈਆਂ, ਇੱਕ ਬਹਾਨਾ ਲੱਭਿਆ। ਇਹ ਵੱਖ-ਵੱਖ ਪਹਿਲੂ ਨੇ। ਪਰ ਹੁਣ ਇਸ ਮਸਲੇ ਦੇ ਉੱਤੇ ਕਮੇਟੀਆਂ ਨੇ ਵੇਖਦੇ ਆ ਕਿ ਉਹ ਦੋਵੇਂ ਕਮੇਟੀਆਂ ਕਿਹੋ ਜਿਹਾ ਨਤੀਜਾ ਕੱਢ ਕੇ ਦਿੰਦੀਆਂ ਨੇ। ਪਰ ਮੈਂ ਫਿਰ ਕਹਿੰਦਾ ਕਿ ਇਹਨੂੰ ਪ੍ਰਸ਼ਾਸਨਿਕ ਪੱਧਰ ਤੇ ਨਜਿੱਠਿਆ ਜਾ ਸਕਦਾ ਕਿ ਸੱਚਮੁੱਚ ਸੁਰੱਖਿਆ 'ਚ ਸੰਨ ਲੱਗੀ ਵੀ ਹੈ ਜਾਂ ਨਹੀਂ। ਇਹ ਸਾਰੇ ਪਹਿਲੂਆਂ ਦੇ ਉੱਤੇ ਹੁਣ ਜਾਂਚ ਪੜਤਾਲ ਹੋ ਰਹੀ ਹੈ। ਪਰ ਦੂਸਰੇ ਪਾਸੇ ਵੱਖੋ-ਵੱਖ ਰਾਜਨੀਤਿਕ ਧਿਰਾਂ ਨੇ ਕਸਰ ਕੋਈ ਨਹੀਂ ਛੱਡੀ ਇੱਕ ਦੂਸਰੇ ਨੂੰ ਤਾਨੇ ਤੇ ਮਿਹਣੇ ਮਾਰਨ ਦੇ ਵਾਸਤੇ। ਪਰ ਇਹਦੇ ਉੱਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਵੀ ਬਿਆਨ ਆ ਗਿਆ, ਆਪਾਂ ਅੱਗੇ ਚੱਲ ਕੇ ਉਹ ਵੀ ਸਾਂਝਾ ਕਰਦੇ ਹਾਂ। ਪਰ ਸੁਪਰੀਮ ਕੋਰਟ ਦੇ ਵਿੱਚ ਵੀ ਅੱਜ ਸੁਣਵਾਈ ਹੈ ਇਸ ਮਸਲੇ ਦੇ ਉੱਤੇ। ਰਾਸ਼ਟਰਪਤੀ ਦੇ ਨਾਲ ਵੀ ਬਿਲਕੁਲ ਹੋਣਾ ਨਹੀਂ ਚਾਹੀਦਾ, ਸੁਰੱਖਿਆ 'ਚ ਸੰਨ ਕਿਉਂ ਲੱਗੇ? ਉਹ ਪੂਰੇ ਮੁਲਕ ਦਾ ਮਾਣ ਤੇ ਪੂਰੇ ਮੁਲਕ ਦੇ ਪ੍ਰਧਾਨ ਮੰਤਰੀ ਨੇ। ਹੁਣ ਕੇਂਦਰ ਤੇ ਪੰਜਾਬ ਸਰਕਾਰ ਇਸ ਸੁਰੱਖਿਆ ਦੀ ਸੰਨ ਨੂੰ ਲੈ ਕੇ ਆਮੋ ਸਾਹਮਣੇ ਨੇ। ਜਾਂਚ ਕਮੇਟੀਆਂ ਮੈਂ ਤੁਹਾਨੂੰ ਦੱਸ ਰਿਹਾ ਕਿ ਗਠਿਤ ਕਰ ਦਿੱਤੀਆਂ ਨੇ। ਉੱਥੇ ਹੀ ਇੱਕ ਸੀਨੀਅਰ ਐਡਵੋਕੇਟ ਨੇ ਮਨਿੰਦਰ ਸਿੰਘ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਇਸ ਮਾਮਲੇ ਦੇ ਸਬੰਧ ਦੇ ਨਾਲ ਦਾਇਰ ਕਰ ਦਿੱਤੀ ਹੈ। ਉਹਨਾਂ ਨੇ ਆਖਿਆ ਕਿ ਬਠਿੰਡਾ ਜ਼ਿਲ੍ਹਾ ਦੇ ਸੈਸ਼ਨ ਜੱਜ ਨੂੰ ਨਿਰਦੇਸ਼ ਦਿੱਤੇ ਜਾਣ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵਰਤੀ ਗਈ ਕੁਤਾਹੀ ਨਾਲ ਸਾਰੇ ਸਬੂਤ ਇਕੱਠੇ ਕੀਤੇ ਜਾਣ ਅਤੇ ਇਸ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਅੱਜ ਭਾਵ 7 ਜਨਵਰੀ ਨੂੰ ਸੁਣਵਾਈ ਕਰਨਗੇ। ਪਰ ਦੂਸਰੇ ਪਾਸੇ ਸੁਪਰੀਮ ਕੋਰਟ ਦੀ ਕਾਰਜਸ਼ੈਲੀ ਤੇ ਵੀ ਕੁਝ ਸਵਾਲ ਉੱਠ ਰਹੇ ਨੇ। ਅੱਜ ਦੇ ਨਹੀਂ, ਬੀਤੇ ਕੁਝ ਵਰ੍ਹਿਆਂ ਤੋਂ ਉੱਠਦੇ ਆ ਰਹੇ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਧਰਮ ਸੰਸਦ ਦੇ ਨਾਮ ਉੱਤੇ ਸਮਾਗਮ ਹੋਇਆ। ਉਸ ਇਕੱਠ ਦੇ ਵਿੱਚ ਇੱਕ ਘੱਟ ਗਿਣਤੀ ਭਾਈਚਾਰਾ, ਖਾਸ ਕਰਕੇ ਮੁਸਲਿਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਭਾਸ਼ਣ ਦਿੱਤੇ ਗਏ। ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਗਿਆ। ਭਾਰਤ ਦੀ ਸਭ ਤੋਂ ਵੱਡੀ ਅਦਾਲਤ, ਸਿਖਰ ਦੀ ਅਦਾਲਤ ਤੋਂ ਇਸ ਮਾਮਲੇ ਦਾ ਖੁਦ ਨੋਟਿਸ ਲੈਣ ਜਾਂ ਫਿਰ ਇੱਕ ਸਾਬਕਾ ਕਾਨੂੰਨ ਮੰਤਰੀ ਸਮੇਤ 76 ਵਕੀਲਾਂ ਦੇ ਵੱਲੋਂ ਲਿਖੀ ਗਈ ਇੱਕ ਚਿੱਠੀ ਦੇ ਆਧਾਰ ਤੇ ਸੁਣਵਾਈ ਕਰਨ ਦੀ ਉਮੀਦ ਸੀ। ਪਰ ਸਰਵ ਉੱਚ ਅਦਾਲਤ ਨੇ ਹਾਲੇ ਤੱਕ ਇਸ ਮਾਮਲੇ 'ਚ ਕੋਈ ਕਦਮ ਉਠਾਇਆ ਨਹੀਂ। ਬਹੁਤ ਵੱਡਾ ਸਵਾਲ ਹੈ। ਦੂਸਰੇ ਪਾਸੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਮਦਨ ਲੋਕਰ ਸਾਹਿਬ, ਉਹਨਾਂ ਨੇ ਵੀ ਇੱਕ ਟੀਵੀ ਮੁਲਾਕਾਤ ਦੇ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਨੋਟਿਸ ਨਾ ਲੈ ਕੇ ਜਾਣਾ, ਉਹਦੇ ਕਾਰਨ ਮੈਂ ਨਿਰਾਸ਼ ਹੋਇਆ। ਦਿੱਲੀ ਹਾਈ ਕੋਰਟ ਦੀ ਸਾਬਕਾ ਜੱਜ ਨੇ ਜਸਟਿਸ ਰੇਖਾ ਸ਼ਰਮਾ, ਉਹਨਾਂ ਨੇ ਵੀ ਜਨਤਕ ਤੌਰ ਉੱਤੇ ਉਮੀਦ ਪ੍ਰਗਟ ਕੀਤੀ ਸੀ ਕਿ ਸੁਪਰੀਮ ਕੋਰਟ ਨੂੰ ਕਤਲੇਆਮ ਦੀਆਂ ਧਮਕੀਆਂ ਵਰਗੇ ਮਾਮਲੇ ਦਾ ਖੁਦ ਨੋਟਿਸ ਲੈਣਾ ਚਾਹੀਦਾ ਸੀ, ਕਿਉਂਕਿ ਬੀਤੇ ਕੁਝ ਕੁ ਵਰ੍ਹਿਆਂ ਤੋਂ ਵੋਟ ਬੈਂਕ ਦੀ ਜਿਹੜੀ ਸਿਆਸਤ ਹੈ ਉਹਦੇ ਅਧੀਨ ਇਹ ਨਵੇਂ-ਨਵੇਂ ਬਿਰਤਾਂਤ ਸਿਰਜੇ ਜਾ ਰਹੇ ਨੇ। ਘੱਟ ਗਿਣਤੀ ਭਾਈਚਾਰਿਆਂ
ਜਾਂ ਵਿਚਾਰਧਾਰਕ ਵਿਰੋਧੀਆਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾਂਦੀ ਹੈ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਫਿਰ ਜਿਹੜੀ ਹਜੂਮੀ ਭੀੜਾਂ ਨੇ ਉਹਨਾਂ ਨੂੰ ਲੱਗਦਾ ਕਿ ਮਨਮਰਜ਼ੀ ਦੀ ਖੁੱਲੀ ਛੁੱਟ ਹੈ, ਕਰੋ ਜਿਹੜਾ ਕੁਝ ਮਰਜ਼ੀ, ਤੇ ਅਕਸਰ ਸੱਤਾਧਾਰੀ ਧਿਰ ਦੇ ਉੱਤੇ ਉਹਨਾਂ ਦੀ ਪੁਸ਼ਟ ਪਨਾਹੀ ਕਰਨ ਦੇ ਦੋਸ਼ ਬੀਤੇ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਨੇ। ਹੁਣ ਜਸਟਿਸ ਲੋਕਰ ਦੇ ਅਨੁਸਾਰ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਸੀ। ਨੋਟਿਸ ਲੈਂਦਿਆਂ ਕੇਂਦਰ ਅਤੇ ਸੰਬੰਧਿਤ ਸੂਬਾ ਸਰਕਾਰਾਂ ਤੋਂ 24 ਘੰਟਿਆਂ ਦੇ ਅੰਦਰ ਕਤਲੇਆਮ ਵਰਗੀਆਂ ਜਿਹੜੀਆਂ ਧਮਕੀਆਂ ਸੀ ਉਹਦੇ ਬਾਬਤ ਜਵਾਬ ਮੰਗਣਾ ਚਾਹੀਦਾ ਸੀ। ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਜਾਂ ਮੁੱਢਲੀ ਰਿਪੋਰਟ ਤੋਂ ਬਾਅਦ ਉਹਨਾਂ ਮਾਮਲਿਆਂ ਦੀ ਗੰਭੀਰ ਅਤੇ ਵਿਸਥਾਰਤ ਜਾਂਚ ਕਰਵਾਉਣ ਦੇ ਹੁਕਮ ਦੇਣੇ ਚਾਹੀਦੇ ਸੀ। ਖਾਸ ਕਰਕੇ ਇੱਕ ਭਾਈਚਾਰੇ ਦਾ ਕਤਲੇਆਮ ਜਾਂ ਕਤਲੇਆਮ ਨੂੰ ਸੱਦਾ ਦੇਣ ਦੀ ਗੱਲ ਹੋਈ ਹੈ, ਭਾਵੇਂ ਕਿ ਉਹਨਾਂ ਦੀ ਗ੍ਰਿਫਤਾਰੀ ਕਰਨਾ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਪਰ ਨਫ਼ਰਤ ਫੈਲਾਈ ਜਾ ਰਹੀ ਹੈ। ਇਹ ਰੁਝਾਨ ਨੂੰ ਰੋਕਣਾ ਤਾਂ ਬਹੁਤ ਲਾਜ਼ਮੀ ਹੈ। ਹੁਣ ਜਸਟਿਸ ਲੋਕਰ ਦੇ ਅਨੁਸਾਰ ਸੁਪਰੀਮ ਕੋਰਟ ਨੂੰ ਕਾਨੂੰਨੀ ਅਤੇ ਨੈਤਿਕ ਦੋਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਮੌਲਿਕ ਅਧਿਕਾਰਾਂ ਦੀ ਸਰਪ੍ਰਸਤੀ ਦੇ ਵਾਸਤੇ ਖੜੇ ਹੋਣਾ ਚਾਹੀਦਾ ਹੈ। ਇਹ ਤਾਂ ਮੈਂ ਕੁਝ ਇੱਕ ਤੁਹਾਨੂੰ ਹਵਾਲੇ ਦਿੱਤੇ ਹੈ ਕਿ ਕਿਉਂ ਨਹੀਂ ਸਾਡੀਆਂ ਜਿਹੜੀਆਂ ਨਿਆਂਪਾਲਕਾਂ ਨੇ ਸੂ ਮੋਟੋ ਲੈਂਦੀਆਂ। ਸੱਚਮੁੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਸਨ ਬਹੁਤ ਵੱਡਾ ਮਸਲਾ ਹੈ, ਪਰ ਕੀ ਇਸ ਮਸਲੇ ਦੇ ਉੱਤੇ ਸੁਣਵਾਈ ਦੇ ਇਲਾਵਾ ਜਿਹੜੀਆਂ ਬਾਕੀ ਦੀਆਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਕਿ ਉਹਨਾਂ ਦੇ ਉੱਤੇ ਸੁਣਵਾਈ ਹੋਣੀ ਚਾਹੀਦੀ ਹੈ ਕਿ ਨਹੀਂ? ਇੱਕ ਸਮੁੱਚੇ ਭਾਈਚਾਰੇ ਦੇ ਕਤਲੇਆਮ ਦੇ ਬਾਬਤ ਖੁੱਲ੍ਹੇਆਮ ਭਾਸ਼ਣ ਤੇ ਲੈਕਚਰ ਦਿੱਤੇ ਗਏ ਹੈ, ਗੱਲੀ ਕੋਈ ਨਹੀਂ ਹੋ ਰਹੀ। ਆਪਣੇ ਆਪ ਦੇ ਵਿੱਚ ਅਤ ਮੰਦਭਾਗਾ, ਖਾਸ ਕਰਕੇ ਇੱਕ ਲੋਕਤੰਤਰਿਕ ਮੁਲਕ ਦੇ ਵਿੱਚ। ਤੇ ਹੁਣ ਜਾਣਕਾਰੀ ਮਿਲ ਰਹੀ ਹੈ ਭਰੋਸੇਯੋਗ ਸੂਤਰ ਦੱਸ ਰਹੇ ਨੇ ਕਿ ਪੰਜਾਬ ਪੁਲਿਸ ਦੇ ਕੁਝ ਸੰਬੰਧਿਤ ਅਧਿਕਾਰੀ ਕੇਂਦਰ ਸਰਕਾਰ ਦੇ ਵੱਲੋਂ ਤਲਬ ਕੀਤੇ ਜਾ ਸਕਦੇ ਹੈ। ਕੇਂਦਰ ਸਰਕਾਰ ਐਸਪੀਜ਼ ਐਕਟ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਪ੍ਰਬੰਧਾਂ ਦੀ ਦੇਖਰੇਖ ਕਰਨ ਵਾਲੇ ਪੰਜਾਬ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਤਲਬ ਕਰ ਸਕਦੀ ਹੈ। ਐਸਪੀਜ਼ ਐਕਟ ਦੀ ਧਾਰਾ 14 ਦੇ ਤਹਿਤ ਪ੍ਰਧਾਨ ਮੰਤਰੀ ਦੀ ਆਮਦੋ-ਰਫਤ ਮੌਕੇ ਪੰਜਾਬ ਸਰਕਾਰ ਐਸਪੀਜ਼ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਪਾਬੰਦ ਹੈ, ਕਿਉਂਕਿ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ। ਭਾਵੇਂ ਕਿ ਪੰਜਾਬ ਤੇ ਕੇਂਦਰ ਸਰਕਾਰ, ਮੈਂ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਕਿ ਵੱਖੋ ਵੱਖਰੀਆਂ ਜਾਂਚ ਕਮੇਟੀਆਂ ਬਣਾ ਚੁੱਕੀਆਂ ਨੇ, ਪਰ ਸੰਭਵ ਹੈ ਕਿ ਸੰਬੰਧਿਤ ਅਧਿਕਾਰੀ ਦਿੱਲੀ ਤਲਬ ਕੀਤੇ ਜਾਣਗੇ। ਮੈਂ ਤੁਹਾਨੂੰ ਯਾਦ ਵੀ ਕਰਵਾ ਦਿਆਂ ਕਿ ਮੈਂ ਕਿਉਂ ਕਹਿਣਾ ਸੰਭਵ ਹੈ। ਦਸੰਬਰ 2020 ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਆਖਿਆ ਗਿਆ ਸੀ ਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ਦੇ ਉੱਤੇ ਹਮਲਾ ਹੋ ਗਿਆ। ਉਸ ਕਥਿਤ ਹਮਲੇ ਦੇ ਲਈ ਪੱਛਮੀ ਬੰਗਾਲ ਦੇ 3 IPS ਅਧਿਕਾਰੀਆਂ ਨੂੰ ਡੈਪੂਟੇਸ਼ਨ ਤੇ ਦਿੱਲੀ ਤਲਬ ਕਰ ਲਿਆ ਗਿਆ ਸੀ, ਪਰ ਉੱਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੰਨਾਂ ਅਧਿਕਾਰੀਆਂ ਨੂੰ ਰਿਲੀਵ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਨੇ ਉਦੋਂ ਮੁੱਖ ਸਕੱਤਰ ਤੇ DGP ਨੂੰ ਵੀ ਦਿੱਲੀ ਸੱਦਿਆ ਸੀ, ਪਰ ਉਹ ਗੈਰ ਹਾਜ਼ਰ ਰਹੇ ਸੀ, ਨਹੀਂ ਸੀ ਗਏ। ਹੁਣ ਦੇਖਣਾ ਹੋਊ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਮਤਾ ਬੈਨਰਜੀ ਦੇ ਰਾਹ ਤੇ ਚੱਲਦੇ ਆ ਜਾਂ ਨਹੀਂ। ਪਰ ਇਸ ਘਟਨਾ ਦੇ ਉੱਤੇ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਖਿਆ ਸੀ ਬਿਲਕੁਲ ਸੁਰੱਖਿਆ 'ਚ ਚੂਕ ਨਹੀਂ ਹੋਈ, ਸੁਰੱਖਿਆ ਨੂੰ ਸੰਨ ਨਹੀਂ ਲੱਗੀ। ਹੁਣ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਵੀ ਉਹਨਾਂ ਨੇ ਆਖਿਆ ਕਿ ਮੈਂ ਵੀ ਜਦੋਂ ਕਿਸੇ ਰੈਲੀ ਵਾਸਤੇ, ਕਿਸੇ ਪ੍ਰੋਗਰਾਮ ਵਾਸਤੇ ਨਿਕਲਦਾ ਹਾਂ, ਮੇਰੇ ਰਸਤੇ 'ਚ ਵੀ ਧਰਨਾਕਾਰੀ, ਪ੍ਰਦਰਸ਼ਨਕਾਰੀ ਬੈਠ ਜਾਂਦੇ ਨੇ, ਧਰਨਾ ਮਾਰ ਲੈਂਦੇ ਨੇ, ਪਰ ਕੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿਆਂ, ਕੀ ਡਾਂਗਾਂ ਭਰਾ ਦਿਆਂ? ਉਹ ਕਹਿੰਦੇ ਫਿਰ ਮੇਰਾ ਤੇ ਬਾਦਲਾਂ ਦਾ ਕੀ ਫਰਕ ਹੋਇਆ, ਮੈਂ ਹੋਰ ਬਰਗਾੜੀ ਨਹੀਂ ਕਰਵਾਉਣਾ ਚਾਹੁੰਦਾ। ਉਹ ਕਹਿੰਦੇ ਜਿਹੜਾ ਕੰਮ ਪਿਆਰ ਨਾਲ ਹੋ ਸਕਦਾ ਉਹ ਡਾਂਗਾਂ ਨਾਲ ਕਿਉਂ ਕੀਤਾ ਜਾਵੇ। ਉਹਨਾਂ ਨੇ ਇੱਕ ਵਾਰੀ ਫੇਰ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਪੰਜਾਬ 'ਚ ਨਾ ਕੋਈ ਖਤਰਾ ਸੀ ਤੇ ਨਾ ਹੈ, ਇਹਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ, ਪੰਜਾਬ ਦੇ ਮੂੰਹ ਦੇ ਉੱਤੇ ਕਾਲਸ ਦਾ ਟਿੱਕਾ ਲਾਇਆ ਜਾ ਰਿਹਾ ਹੈ। ਉਹ ਕਹਿੰਦੇ ਮੈਂ ਕਹਿੰਦਾ ਕਿ ਕੁਰਸੀਆਂ ਖਾਲੀ ਸੀ, ਰਾਜਨੀਤੀ ਇਹਦੇ ਤੇ ਬੰਦ ਕੀਤੀ ਜਾਵੇ। ਪਰ ਵੇਖਦੇ ਹਾਂ ਕਿ ਜਿਹੜੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ, ਕਿਉਂਕਿ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਆਖਿਆ ਹੈ ਕਿ ਜਿਹੜਾ ਵਿਅਕਤੀ ਇਸ ਮਸਲੇ ਦੇ ਨਾਲ ਸੰਬੰਧਿਤ ਹੋਵੇ, ਜਿਹਦੇ ਕਾਰਨ ਇਹ ਸਾਰਾ ਕੁਝ ਹੋਇਆ, ਉਹਦੇ ਉੱਤੇ ਫੌਰੀ ਤੌਰ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਾਰ-ਵਾਰ ਆਖ ਰਹੇ ਨੇ ਕਿ ਇੰਜ ਕੁਝ ਹੋਇਆ ਨਹੀਂ, ਸਿਰਫ ਤੇ ਸਿਰਫ ਭਾਜਪਾ ਵਾਲੇ ਇਕੱਠ ਨਹੀਂ ਕਰ ਸਕੇ, ਇਸ ਕਰਕੇ ਜਾਣਬੁੱਝ ਕੇ ਇਹ ਡਰਾਮਾ ਕੀਤਾ ਗਿਆ ਹੈ। ਮੈਂ ਫਿਰ ਕਹਿੰਦਾ ਕਿ ਇਹਦੇ ਤੇ ਸਿਆਸਤ ਦੀ ਬਜਾਏ ਜਾਂਚ ਕਮੇਟੀਆਂ ਦੀ ਰਿਪੋਰਟ ਉਡੀਕ ਲੈਣੀ ਚਾਹੀਦੀ ਹੈ। ਪਰ ਜੋ ਕੁਝ ਜਿਸ ਤਰ੍ਹਾਂ ਦੇ ਇਲਜ਼ਾਮ ਕਾਂਗਰਸ ਦੇ ਉੱਤੇ ਲਾਏ ਜਾ ਰਹੇ ਨੇ, ਕਿਉਂਕਿ ਕੁਝ ਕੇਂਦਰੀ ਮੰਤਰੀਆਂ ਨੇ ਆਖਿਆ ਕਿ ਕਾਂਗਰਸ ਦਾ ਕੀਤਾ ਕਰਾਇਆ ਹੈ, ਭਾਜਪਾ ਵਰਕਰ ਕੀ ਕਰ ਰਹੇ ਨੇ? ਭਾਜਪਾ ਵਰਕਰਾਂ ਨੇ ਵੀ ਲਗਭਗ ਉਹੀ ਕੁਝ ਕੀਤਾ ਜਿਹੜਾ ਉਹ ਦੂਸਰਿਆਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ।
ਜਦੋਂ ਬੀਤੇ ਦਿਨੀ ਨਰਿੰਦਰ ਮੋਦੀ ਜੀ ਫਿਰੋਜ਼ਪੁਰ ਜਾ ਰਹੇ ਸੀ, ਕਹਿੰਦੇ ਸੀ ਉਹਨਾਂ ਦੀ ਸੁਰੱਖਿਆ 'ਚ ਸੰਨ ਲੱਗ ਗਈ। ਚਾਰ ਚਫੇਰੇ ਉਸ ਗੱਲ ਦੀ ਅੱਜ ਵੀ ਚਰਚਾ ਹੋ ਰਹੀ ਹੈ ਤੇ ਖਬਰ ਮਿਲ ਰਹੀ ਹੈ ਕਿ ਉਸੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ OP ਸੋਨੀ ਉਹ ਵੀ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿਹੜੇ ਕਈ ਉਦਘਾਟਨ ਸਮਾਗਮ ਸਨ ਉਹਨਾਂ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਆ ਰਹੇ ਸੀ। ਉਹਨਾਂ ਨੂੰ ਫਿਰੋਜ਼ਪੁਰ ਦੇ ਵਿੱਚ ਭਾਜਪਾ ਸਮਰਥਕ ਘੇਰਦੇ ਆ ਤੇ ਜਾਣਕਾਰੀ ਮਿਲੀ ਹੈ ਕਿ ਭਾਜਪਾ ਦੇ ਸਮਰਥਕਾਂ ਨੇ, ਕਾਰਕੁਨਾਂ ਨੇ ਪੰਜਾਬ ਦੇ ਉਪ ਮੁੱਖ ਮੰਤਰੀ OP ਸੋਨੀ ਨੂੰ ਉਨੀ ਦੇਰ ਕਾਰ ਦੇ ਵਿੱਚੋਂ ਜਾਣ ਨਹੀਂ ਦਿੱਤਾ ਜਿੰਨੀ ਦੇਰ ਤੱਕ ਬਾਹਰ ਨਿਕਲ ਕੇ ਉਹਨਾਂ ਨੂੰ ਘੇਰਾ ਪਾਈ ਰੱਖਿਆ, ਜਦ ਤੱਕ ਉਹਨਾਂ ਨੇ ਬਾਹਰ ਨਿਕਲ ਕੇ ਮੋਦੀ ਜਿੰਦਾਬਾਦ ਦੇ ਨਾਅਰੇ ਨਹੀਂ ਲਾਏ। ਜਦੋਂ ਉਹਨਾਂ ਨੇ ਕਿਹਾ ਕਿ ਮੋਦੀ ਜਿੰਦਾਬਾਦ, ਫਿਰ ਉਹਨਾਂ ਨੂੰ ਅੱਗੇ ਜਾਣ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸੇ ਦੇ ਮੁਰਦਾਬਾਦ ਕਹਿਣ ਨਾਲ ਕੋਈ ਮੁਰਦਾਬਾਦ ਹੋ ਜਾਂਦਾ ਹੈ? ਕੀ ਕਿਸੇ ਦੇ ਜਿੰਦਾਬਾਦ ਕਹਿਣ ਨਾਲ ਕੀ ਫਿਰ ਜਿੰਦਾਬਾਦ ਹੋ ਗਏ? ਪਰ ਕਿਸੇ ਦੇ ਉੱਤੇ ਧੱਕੇ ਨਾਲ ਕਿਸੇ ਨੂੰ ਕਹਿਣਾ ਕਹਿ ਜੈ ਸ਼੍ਰੀ ਰਾਮ। ਹੁਣ ਜੇ ਤੁਸੀਂ ਵੈਸੇ ਹੀ ਕਿਸੇ ਦਾ ਅਦਬ ਕਰਦੇ ਹੋ, ਮੈਂ ਤਾਂ ਗੱਲ ਦਾ ਜ਼ਿਕਰ ਕਰ ਰਿਹਾ ਕਿ ਜਿਹੜੀ ਯੋਗੀ ਆਦਿੱਤਿਆਨਾਥ ਹੋਰੀ ਕਹਿੰਦੇ ਨੇ, ਉਹਨਾਂ ਦੇ ਆਪਣੇ ਸੂਬੇ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਬਹੁਤ ਸਾਰੇ ਵੀਡੀਓ ਵਾਇਰਲ ਹੋਏ ਨੇ ਕਿ ਉਹ ਬੰਦਾ ਕਹਿੰਦਾ ਜੀ ਮੈਂ ਜੈ ਸ਼੍ਰੀ ਰਾਮ ਨਹੀਂ ਕਹਿਣਾ। ਕੋਈ ਮਾੜਾ ਨਹੀਂ, ਭਗਵਾਨ ਨੇ, ਰੱਬੀ ਰੂਪ ਨੇ, ਜੈ ਸ਼੍ਰੀ ਰਾਮ ਕਹਿਣ ਨਾਲ ਕੋਈ ਮਾੜਾ ਨਹੀਂ, ਪਰ ਧੱਕੇ ਨਾਲ ਕਿਉਂ ਕਹਾਇਆ ਜਾਵੇ? ਜੇ ਹੁਣ ਕੋਈ ਕਹਿਣਾ ਹੀ ਨਹੀਂ ਚਾਹੁੰਦਾ ਵਾਹਿਗੁਰੂ, ਮੈਂ ਧੱਕੇ ਨਾਲ ਕਿਸ ਤੋਂ ਕਿਉਂ ਕਹਾਵਾਂ? ਜੇ ਕੋਈ ਅੱਲਾਹੂ ਅਕਬਰ ਕਹਿਣਾ ਹੀ ਨਹੀਂ ਚਾਹੁੰਦਾ, ਮੈਂ ਧੱਕੇ ਨਾਲ ਕਿਸ ਤੋਂ ਕਿਉਂ ਕਹਾਵਾਂ? ਗੱਲ ਇਹ ਹੈ ਕਿ ਹਰ ਕੋਈ ਵਿਅਕਤੀ, ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਕਿਸੇ ਧਰਮ ਨੂੰ ਮੰਨਣਾ ਜਾਂ ਕਿਸੇ ਧਰਮ ਨੂੰ ਛੱਡ ਕੇ ਦੂਸਰੇ ਨੂੰ ਅਪਣਾਉਣਾ ਵਿਅਕਤੀ ਵਿਸ਼ੇਸ਼ ਦੀ ਆਪਣੀ ਮਰਜ਼ੀ ਹੈ। ਧੱਕੇ ਨਾਲ ਥੋਪੀ ਨਹੀਂ ਜਾਣੀ ਚਾਹੀਦੀ। ਹੁਣ ਪ੍ਰਧਾਨ ਮੰਤਰੀ ਸਾਹਿਬ ਬੇਰੰਗ ਪਰਤ ਗਏ, ਪਰ ਉਹ ਰਾਸ ਕਿਹਨੂੰ ਆਇਆ? ਉਹ ਰਾਸ ਆ ਗਿਆ ਡੇਰਾ ਮੁਖੀ ਨੂੰ। ਬੇਅਦਬੀ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਗੁਰਮੀਤ ਰਾਮ ਰਹੀਮ, ਉਹਨਾਂ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸੀ ਤੇ ਜਾਰੀ ਪ੍ਰੋਡਕਸ਼ਨ ਵਾਰੰਟ ਦੇ ਆਦੇਸ਼ਾਂ ਤੇ ਰੋਕ ਵੀ ਲੱਗੀ ਹੋਈ ਹੈ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 21 ਅਪ੍ਰੈਲ ਤੱਕ ਉਹ ਰੋਕ ਵਧਾ ਦਿੱਤੀ ਹੈ, ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਸਾਫ਼ ਹੈ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋ ਅਤੇ ਇਸ ਦੌਰਾਨ ਸਿੱਟ ਡੇਰਾ ਮੁਖੀ ਤੋਂ ਜੇ ਪੁੱਛਗਿੱਛ ਕਰਨਾ ਚਾਹੁੰਦੇ ਆ ਤਾਂ ਸੁਨਾਰੀਆ ਜੇਲ੍ਹ ਜਾ ਕੇ ਕਰ ਸਕਦੀ ਹੈ, ਕਿਉਂਕਿ ਜਸਟਿਸ ਅਰਵਿੰਦ ਸਾਂਗਵਾਲ ਨੇ ਕੱਲ ਡੇਰਾ ਮੁਖੀ ਦੇ ਵੱਲੋਂ ਉਹਨਾਂ ਖਿਲਾਫ ਫਰੀਦਕੋਟ ਦੀ ਅਦਾਲਤ ਦੇ ਵੱਲੋਂ ਜਾਰੀ ਜਿਹੜੇ ਪ੍ਰੋਡਕਸ਼ਨ ਵਾਰੰਟ ਨੇ ਉਹਨਾਂ ਦੇ ਖਿਲਾਫ ਪਟੀਸ਼ਨ ਤੇ ਸੁਣਵਾਈ ਕੀਤੀ। ਸਰਕਾਰ ਨੇ ਪ੍ਰੋਡਕਸ਼ਨ ਵਾਰੰਟ ਤੇ ਲੱਗੀ ਰੋਕ ਹਟਾਉਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਡੇਰਾ ਮੁਖੀ ਦੀ ਪੇਸ਼ੀ ਦੇ ਦੌਰਾਨ 35,000 ਸੁਰੱਖਿਆ ਮੁਲਾਜ਼ਮ ਲਾ ਦਿੱਤੇ ਜਾਣਗੇ, ਉਹਨਾਂ ਨੂੰ ਹੈਲੀਕਾਪਟਰ ਰਾਹੀਂ ਪੰਜਾਬ ਲਿਆਂਦਾ ਜਾਊਗਾ। ਪਰ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਇਹ ਵਿਅਕਤੀ VIP ਹੈ, ਕਿ ਇਹ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਡੇਰਾ ਮੁਖੀ ਨੂੰ ਇੱਥੇ ਲਿਆਉਣ ਦੇ ਵਾਸਤੇ ਸੁਰੱਖਿਆ ਦੇ ਅਸੀਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਪਰ ਹਾਈ ਕੋਰਟ ਕੀ ਕਹਿੰਦੀ? ਉਹ ਕਹਿੰਦੀ ਪ੍ਰਧਾਨ ਮੰਤਰੀ ਦੇ ਦੌਰੇ ਵਕਤ ਜੋ ਹੋ ਗਿਆ ਉਹ ਤਾਂ ਤੁਸੀਂ ਸੰਭਾਲ ਨਹੀਂ ਸਕੇ, ਉਹਨਾਂ ਨੂੰ ਤੁਸੀਂ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੇ। ਡੇਰਾ ਮੁਖੀ ਜੇਕਰ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਤਾਂ ਹਾਲਾਤ ਕਿਵੇਂ ਸੰਭਾਲੇ ਜਾ ਸਕਦੇ ਨੇ? ਹੁਣ ਕੱਲ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਐਡਵੋਕੇਟ ਜਨਰਲ ਪੰਜਾਬ ਨੇ ਜਵਾਬ ਦਿੱਤੇ ਜਾਣ ਲਈ ਕੁਝ ਹੋਰ ਸਮੇਂ ਦੀ ਮੰਗ ਕਰ ਲਈ, ਜਿਸ ਤੇ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਸੁਣਵਾਈ 31 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਅਤੇ ਡੇਰਾ ਮੁਖੀ ਦੇ ਖਿਲਾਫ ਜਾਰੀ ਪ੍ਰੋਡਕਸ਼ਨ ਵਾਰੰਟ ਤੇ ਲੱਗੀ ਰੋਕ ਦੇ ਆਦੇਸ਼ਾਂ ਨੂੰ ਵੀ ਅਗਲੀ ਸੁਣਵਾਈ ਤੱਕ ਜਾਰੀ ਰੱਖਣ ਦੇ ਆਦੇਸ਼ ਦੇ ਦਿੱਤੇ। ਹੁਣ ਦੱਸਣਾ ਬਣਦਾ ਕਿ ਬੇਅਦਬੀ ਮਾਮਲੇ ਦੇ ਵਿੱਚ ਫਰੀਦਕੋਟ ਦੀ ਟ੍ਰਾਇਲ ਅਦਾਲਤ ਨੇ ਡੇਰਾ ਮੁਖੀ ਨੂੰ ਪਾਰਟੀ ਬਣਾਇਆ ਸੀ ਅਤੇ ਡੇਰਾ ਮੁਖੀ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕਰ ਦਿੱਤੇ ਸੀ ਤੇ ਇਹਨਾਂ ਪ੍ਰੋਡਕਸ਼ਨ ਵਾਰੰਟਾਂ ਦੇ ਆਦੇਸ਼ਾਂ ਨੂੰ ਡੇਰਾ ਮੁਖੀ ਨੇ ਦਰਅਸਲ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਸੀ ਤੇ ਹਾਈ ਕੋਰਟ ਨੇ 28 ਅਕਤੂਬਰ ਨੂੰ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਉਹ ਆਦੇਸ਼ ਰੱਦ ਕਰ ਦਿੱਤੇ ਸੀ ਅਤੇ ਸਰਕਾਰ ਨੂੰ ਆਦੇਸ਼ ਦੇ ਦਿੱਤਾ ਸੀ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਤੁਹਾਡੇ ਵੱਲੋਂ SIT ਗਠਿਤ ਕੀਤੀ ਗਈ ਹੈ ਉਹ ਜੇ ਸੱਚਮੁੱਚ ਇਸ ਮਸਲੇ ਦੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਪੁੱਛਗਿੱਛ ਕਰ ਲੇ। ਡੇਰਾ ਮੁਖੀ ਨੂੰ ਫਰੀਦਕੋਟ ਲਿਆਂਦੇ ਜਾਣ ਦੀ ਜ਼ਰੂਰਤ ਨਹੀਂ। ਉਹਦੇ ਤੋਂ ਬਾਅਦ ਸਿੱਟ ਸੁਨਾਰੀਆ ਜੇਲ੍ਹ ਗਈ ਵੀ, ਪੁੱਛਗਿੱਛ ਕੀਤੀ ਵੀ, ਪਰ ਆਖਿਆ ਗਿਆ ਸੀ ਸਿੱਟ ਦੇ ਵੱਲੋਂ ਕਿ ਅਸੀਂ ਉੱਥੇ ਜਾਂਦੇ ਹਾਂ, ਸਾਨੂੰ ਉਹ ਕੋਈ ਚੱਜ ਦਾ ਜਵਾਬ ਦਿੰਦਾ ਨਹੀਂ, ਅਸੀਂ ਜਿਹੜਾ ਸਵਾਲ ਪੁੱਛਦੇ ਹਾਂ ਜਵਾਬ ਗੋਲ ਮੋਲ ਦਿੰਦਾ। ਹੁਣ ਪ੍ਰੋਡਕਸ਼ਨ ਵਾਰੰਟ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ ਜੇ ਉਹਨਾਂ ਨੂੰ, ਤਾਂ ਫਿਰ ਉਹ ਆਖਿਆ ਗਿਆ ਕਿ ਭਾਈ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਕਰ ਸਕੇ ਤੇ ਤੁਸੀਂ ਡੇਰਾ ਮੁਖੀ ਨੂੰ ਲਿਆ ਕੇ ਪੰਜਾਬ ਦੇ ਹਾਲਾਤ ਕਿਵੇਂ ਸੰਭਾਲ ਲਓਗੇ। ਕਹਿਣ ਦਾ ਭਾਵ
ਡੇਰਾ ਮੁਖੀ ਨੂੰ ਪ੍ਰਧਾਨ ਮੰਤਰੀ ਦਾ ਕਾਫਲਾ ਰੋਕੇ ਜਾਣਾ ਜਾਂ ਰੁਕਣਾ ਜਾਂ ਵਾਪਸ ਜਾਣ ਦਾ ਲਾਹਾ ਜ਼ਰੂਰ ਮਿਲ ਗਿਆ। ਹੁਣ ਵੇਖਦੇ ਹਾਂ ਕਿ ਚੋਣਾਂ ਤੋਂ ਬਾਅਦ ਜਿਹੜੀ ਵੀ ਨਵੀਂ ਸਰਕਾਰ ਬਣਦੀ ਹੈ ਕਿ ਉਹ ਇਸ ਮਾਮਲੇ ਨੂੰ ਕਿੰਨੀ ਕੁ ਤਨਦੇਹੀ ਨਾਲ ਅੱਗੇ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਹੁਣ 21 ਅਪ੍ਰੈਲ ਤੱਕ ਉਹਨਾਂ ਜਿਹੜੇ ਪ੍ਰੋਡਕਸ਼ਨ ਵਾਰੰਟ ਸਨ ਉਹਨਾਂ ਦੇ ਉੱਤੇ ਆ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਨਾ ਪਹੁੰਚਣ ਦੇ ਕਾਰਨ ਰੋਕ ਲੱਗ ਗਈ ਆ। ਉਹਨਾਂ ਨੂੰ ਇਹ ਮਾਮਲਾ ਰਾਸ ਆ ਗਿਆ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।